ਨਿਊਟਨਸ ਦਾ ਬਈ ਸੈਕੰਡ ਲਾਅ ਆਫ ਮੋਸ਼ਨ ਕਰਨ ਜਾ ਰਹੇ ਹਾਂ। ਤਾਂ ਆਪਾਂ ਮੋਮੈਂਟਮ ਬਾਰੇ ਕੱਲ੍ਹ ਪੜ੍ਹਿਆ ਸੀ। ਮੋਮੈਂਟਮ ਕੀ ਹੁੰਦਾ? ਮਾਸ ਇਨਟੂ ਵੈਲੋਸਿਟੀ। ਠੀਕ ਆ। ਤਾਂ ਆਪਾਂ ਮੰਨਦੇ ਹਾਂ, ਹੁਣ ਦੇਖੋ ਬਈ ਗੱਡੀ ਦੇ ਵਿੱਚ ਕੋਈ ਐਗਜ਼ਾਮਪਲ ਲੈ ਰਹੇ ਹਾਂ ਵੀ ਕੋਈ ਗੱਡੀ ਦੇ ਵਿੱਚ ਕੋਈ ਬੰਦਾ ਡਰਾਈਵ ਕਰ ਰਿਹਾ। ਠੀਕ ਆ। ਡਰਾਈਵ ਕਰ ਰਿਹਾ ਤਾਂ ਉਹਨਾਂ ਕੋਲੇ ਮੋਮੈਂਟਮ ਹੈਗਾ ਹੈ ਨਾ। ਠੀਕ ਆ। ਤਾਂ ਆਪਾਂ ਬੋਲਦੇ ਹਾਂ ਗੱਡੀ ਕੋਲੇ ਮੋਮੈਂਟਮ ਹੈਗਾ P1 ਮੋਮੈਂਟਮ। ਹੁਣ ਕੀ ਕੀਤਾ? ਗੱਡੀ ਕਾਹਦੇ 'ਚ ਵੱਜੀ? ਕੰਧ 'ਚ। ਤਾਂ ਜਦੋਂ ਗੱਡੀ ਕੰਧ 'ਚ ਵੱਜੂਗੀ ਤਾਂ ਬੰਦੇ 'ਤੇ ਸੀਟ ਬੈਲਟ ਨਹੀਂ ਲੱਗੀ ਤਾਂ ਬੰਦਾ ਵੀ ਅੱਗੇ ਨੂੰ ਜਾਊਗਾ ਹੈ ਨਾ। ਉਹਦਾ ਵੀ ਸਿਰ ਗਾਂਹ ਬਰਨਟ 'ਚ ਵੱਜੂਗਾ ਜਾਂ ਸਟੀਅਰਿੰਗ ਦੇ ਵਿੱਚ ਵੱਜੂਗਾ। ਠੀਕ ਆ। ਤਾਂ ਉਹ 'ਤੇ ਇੱਕਦਮ ਝਟਕਾ ਜ਼ਿਆਦਾ ਲੱਗੂਗਾ, ਮਤਲਬ ਉਹਦੇ 'ਤੇ ਫੋਰਸ ਜ਼ਿਆਦਾ ਲੱਗੂਗੀ ਬੰਦੇ 'ਤੇ ਉਸ ਝਟਕੇ ਦੇ ਕਾਰਨ। ਜੇ ਸਪੋਜ਼ ਕਰੋ ਉਹ ਟੱਕਰ ਇੱਕਦਮ ਨਾ ਵੱਜਦੀ, ਹੌਲੀ ਹੌਲੀ ਟੱਕਰ ਹੁੰਦੀ, ਠੀਕ ਆ, ਤਾਂ ਉਹ 'ਤੇ ਫੋਰਸ ਘੱਟ ਲੱਗਣੀ ਸੀ। ਤਾਂ ਦੇਖੋ ਪਹਿਲਾਂ ਉਹਦੇ ਕੋਲੇ ਮੋਮੈਂਟਮ ਕੀ ਸੀ? P1 ਕੋਲੇ, ਜਦੋਂ ਗੱਡੀ ਚੱਲ ਰਹੀ ਸੀ। ਤਾਂ ਜਦੋਂ ਗੱਡੀ ਰੁਕੀ, ਗੱਡੀ ਉਹ 'ਚ ਹਿੱਟ ਹੋਈ ਤਾਂ ਉਹਦਾ ਮੋਮੈਂਟਮ ਚੇਂਜ ਹੋਊਗਾ। ਗੱਡੀ ਜਦੋਂ ਕੰਧ 'ਚ ਵੱਜੀ ਤਾਂ ਉਹਦਾ ਮੋਮੈਂਟਮ ਚੇਂਜ ਹੋਊ, ਕਿਉਂਕਿ ਉਹਦੀ ਵੈਲੋਸਿਟੀ ਚੇਂਜ ਹੋਊ। ਤਾਂ ਮੋਮੈਂਟਮ ਕਿੰਨਾ ਆ ਗਿਆ? P2। ਹੁਣ ਆਪਾਂ ਪਤਾ ਕਰਨਾ ਕਿੰਨਾ ਮੋਮੈਂਟਮ ਚੇਂਜ ਹੋਇਆ। ਚੇਂਜ ਕਿੰਨਾ ਹੋਇਆ ਮੋਮੈਂਟਮ ਦੇ ਵਿੱਚ, ਮੋਮੈਂਟਮ ਕਿੰਨਾ ਬਦਲਿਆ। ਤਾਂ ਆਪਾਂ ਕਿਵੇਂ ਪਤਾ ਕਰਾਂਗੇ ਕਿੰਨਾ ਮੋਮੈਂਟਮ ਬਦਲਿਆ? ਆਪਾਂ ਫਾਈਨਲ ਮੋਮੈਂਟਮ 'ਚੋਂ ਜੋ P2 ਸੀਗਾ ਉਹਦੇ 'ਚੋਂ ਜਿਹੜਾ ਸਟਾਰਟਿੰਗ ਮੋਮੈਂਟਮ ਆ ਉਹ ਮਾਈਨਸ ਕਰ ਦਾਂਗੇ ਤਾਂ ਆਪਾਂ ਨੂੰ ਮਾਈਨਸ ਕਰਕੇ ਪਤਾ ਚੱਲ ਜੂਗਾ ਵੀ ਇੰਨਾ ਮੋਮੈਂਟਮ ਦੇ ਵਿੱਚ ਚੇਂਜ ਆਇਆ। ਠੀਕ ਆ। ਹੁਣ ਦੇਖੋ ਜੇ ਮੋਮੈਂਟਮ 'ਚ ਇੱਕਦਮ ਹੀ ਚੇਂਜ ਆਉਂਦਾ, ਮਤਲਬ ਜਿਵੇਂ ਗੱਡੀ ਮੂਵ ਕਰ ਰਹੀ ਸੀ, ਗੱਡੀ ਇੱਕਦਮ ਹੀ ਕੰਧ 'ਚ ਵੱਜੀ ਤਾਂ ਉਹਦੇ 'ਤੇ ਲੱਗੂਗੀ ਫੋਰਸ ਜ਼ਿਆਦਾ। ਜੇ ਮੋਮੈਂਟਮ ਇੱਕਦਮ ਹੀ ਚੇਂਜ ਹੋਇਆ ਤਾਂ ਇਹਦਾ ਮਤਲਬ ਜਿਹੜੀ ਫੋਰਸ ਆ ਉਹ ਇਨਵਰਸਲੀ ਪ੍ਰਪੋਰਸ਼ਨਲ ਆ ਟਾਈਮ ਦੇ। ਇਨਵਰਸਲੀ ਮਤਲਬ ਜੇ ਟਾਈਮ ਘੱਟ ਆ, ਟਾਈਮ ਘੱਟ ਦੇ ਵਿੱਚ ਮੋਮੈਂਟਮ ਚੇਂਜ ਹੁੰਦਾ। ਜਿਵੇਂ ਇੱਕਦਮ 1 ਸੈਕਿੰਡ ਦੇ ਵਿੱਚ ਹੀ ਆਪਣੀ ਗੱਡੀ ਵੱਜ ਗਈ ਤਾਂ ਮੋਮੈਂਟਮ 1 ਸੈਕਿੰਡ 'ਚ ਹੀ ਚੇਂਜ ਹੋ ਗਿਆ ਤਾਂ ਝਟਕਾ ਡਰਾਈਵਰ 'ਤੇ ਲੱਗਿਆ ਜ਼ਿਆਦਾ, ਫੋਰਸ ਜ਼ਿਆਦਾ ਲੱਗੀ। ਜੇ ਜ਼ਿਆਦਾ ਟਾਈਮ 'ਚ ਮੋਮੈਂਟਮ ਚੇਂਜ ਹੋਊਗਾ, ਮਤਲਬ ਹੌਲੀ ਹੌਲੀ ਮੋਮੈਂਟਮ ਚੇਂਜ ਹੋਊਗਾ ਤਾਂ ਫੋਰਸ ਲੱਗੂਗੀ ਘੱਟ। ਜਿਵੇਂ ਆਪਾਂ ਇਹਦੀਆਂ ਐਗਜ਼ਾਮਪਲਾਂ ਕਰਦੇ ਹਾਂ, ਜਿਵੇਂ ਉਹ ਆਪਾਂ 9th ਦੇ ਵਿੱਚ ਪੜ੍ਹਿਆ ਹੋਵੇ ਵੀ ਜਿਹੜਾ ਕ੍ਰਿਕਟਰ ਆ ਉਹ ਜਦੋਂ ਕੈਚ ਕਰਦਾ ਬਾਲ ਨੂੰ ਤਾਂ ਆਪਦੇ ਹੱਥ ਨੂੰ ਪਿੱਛੇ ਨੂੰ ਲੈ ਕੇ ਆਉਂਦਾ। ਆਪਾਂ ਖੇਡੀ ਆ, ਜਦੋਂ ਉੱਪਰ ਕੈਚ ਆ ਜੇ, ਹਵਾ 'ਚ ਕੈਚ ਹੋਵੇ ਤਾਂ ਆਪਾਂ ਜਦੋਂ ਉਹਨੂੰ ਕੈਚ ਕਰਦੇ ਹਾਂ ਆਪਦੇ ਹੱਥ ਪਿੱਛੇ ਨੂੰ ਲੈ ਕੇ ਜਾਂਦੇ ਹਾਂ। ਕਿਉਂਕਿ ਪਹਿਲਾਂ ਦੇਖੋ ਜਦੋਂ ਬਾਲ ਹਵਾ 'ਚ ਹੁੰਦੀ ਆ ਉਹਦੇ ਕੋਲ ਮੋਮੈਂਟਮ ਹੁੰਦਾ, ਤੇ ਜੇ ਆਪਾਂ ਇੱਕੋ ਦਮ ਹੱਥ ਨੂੰ ਇੱਕ ਜਗ੍ਹਾ 'ਤੇ ਐਂ ਖੜ ਕੇ ਕੈਚ ਕਰ ਲਾਂਗੇ ਬਾਲ ਨੂੰ ਤਾਂ ਬਾਲ ਦਾ ਮੋਮੈਂਟਮ ਇੱਕਦਮ ਚੇਂਜ ਹੋ ਜਾਊਗਾ, 1 ਸੈਕਿੰਡ 'ਚ ਹੀ ਚੇਂਜ ਹੋ ਜਾਊ ਤਾਂ ਆਪਣੇ 'ਤੇ ਫੋਰਸ ਕੀ ਲੱਗੂਗੀ? ਜ਼ਿਆਦਾ। ਤੇ ਜੇ ਆਪਾਂ ਹੱਥਾਂ ਨੂੰ ਪਿੱਛੇ ਹੌਲੀ ਹੌਲੀ ਪਿੱਛੇ ਨੂੰ ਲੈ ਕੇ ਜਾਵਾਂਗੇ ਤਾਂ ਆਪਣੀ ਸਪੀਡ ਕਿਉਂ ਘੱਟ ਲੱਗਦੀ ਹੈ? ਫੋਰਸ ਘੱਟ ਲੱਗਦੀ ਹੈ। ਕਿਉਂਕਿ ਮੋਮੈਂਟਮ ਜਿਹੜਾ ਹੌਲੀ ਹੌਲੀ ਚੇਂਜ ਹੁੰਦਾ ਤਾਂ ਇਨਵਰਸਲੀ ਪ੍ਰਪੋਰਸ਼ਨਲ ਆ। ਤਾਂ ਫੋਰਸ ਟਾਈਮ ਦੇ ਵੀ ਇਨਵਰਸਲੀ ਪ੍ਰਪੋਰਸ਼ਨਲ ਆ ਤੇ ਫੋਰਸ ਜਿਹੜਾ ਚੇਂਜ ਇਨ ਮੋਮੈਂਟਮ ਦੇ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਆ। ਠੀਕ ਆ। ਮਤਲਬ ਜੇ ਜ਼ਿਆਦਾ ਫੋਰਸ ਹੋਊਗੀ ਤਾਂ ਮੋਮੈਂਟਮ ਤੇਜ਼ੀ ਨਾਲ ਚੇਂਜ ਹੋਊਗਾ। ਤਾਂ ਦੋਨੇ ਚੀਜ਼ਾਂ ਹੈਗੀਆਂ, ਇਹਨਾਂ ਦੋਵਾਂ ਨੂੰ ਇਕੱਠਾ ਕੀਤਾ ਤਾਂ F ਪ੍ਰਪੋਰਸ਼ਨਲ ਟੂ P2 ਮਾਈਨਸ P1 ਓਵਰ T ਥੱਲੇ ਆ ਗਿਆ ਤਾਂ ਆ ਗਿਆ ਪ੍ਰਪੋਰਸ਼ਨਲ ਟੂ। ਹੁਣ ਆਪਾਂ ਵੈਲਿਊ ਭਰ ਦਿੰਨੇ ਆ। P2 ਕਿੰਨਾ? ਮੋਮੈਂਟਮ ਹੁੰਦਾ ਮਾਸ ਇੰਟੂ ਵੈਲੋਸਿਟੀ MV, ਮਾਈਨਸ P1 ਵੀ ਮੋਮੈਂਟਮ ਆ, ਮਾਸ ਇੰਟੂ ਵੈਲੋਸਿਟੀ ਸਟਾਰਟਿੰਗ U ਲੈ ਲੈਂਦੇ ਆ ਕਿਉਂਕਿ ਮਾਸ ਤਾਂ ਚੇਂਜ ਨਹੀਂ ਹੋਣਾ, ਓਵਰ T। ਇਹਦੇ 'ਚੋਂ M ਕਾਮਨ ਕੱਢੋ, ਕੀ ਰਹਿ ਗਿਆ? V ਮਾਈਨਸ U ਬਾਏ T। ਤਾਂ V ਮਾਈਨਸ U ਬਾਏ T ਕੀ ਆ? ਚੇਂਜ ਇਨ ਵੈਲੋਸਿਟੀ ਓਵਰ ਟਾਈਮ, ਐਕਸਲਰੇਸ਼ਨ। ਤਾਂ F M ਅਤੇ ਇਹਦੀ ਸਾਰੀ ਜਗ੍ਹਾ ਦੀ ਕੀ ਆ ਗਿਆ? A, ਐਕਸਲਰੇਸ਼ਨ। ਤਾਂ ਕੌਂਸਟੈਂਟ ਹਟਾ ਦਿਓ, ਕੌਂਸਟੈਂਟ ਦੀ ਜਗ੍ਹਾ ਆਪਾਂ ਲਾ ਦਿੰਦੇ ਹਾਂ KMA। K ਦੀ ਵੈਲਿਊ K ਕੀ ਹੈ? ਇੱਕ ਕੌਂਸਟੈਂਟ, ਇਹਦੀ ਜਗ੍ਹਾ 1 ਹੁੰਦਾ। ਠੀਕ ਆ। ਤਾਂ 1 ਭਰਤਾ, F ਬਰਾਬਰ MA। ਆ ਕੀ ਆ ਗਿਆ ਤੁਹਾਡਾ? ਤੁਸੀਂ ਫਾਰਮੂਲਾ ਪੜ੍ਹਿਆ ਹੋਇਆ F ਬਰਾਬਰ MA, ਇਹ ਨਿਊਟਨ ਦੇ ਸੈਕੰਡ ਲਾਅ ਦਾ ਫਾਰਮੂਲਾ ਹੁੰਦਾ F ਬਰਾਬਰ MA। ਤਾਂ ਨਿਊਟਨ ਦੇ ਸੈਕੰਡ ਲਾਅ ਦੀ ਡੈਫੀਨੇਸ਼ਨ ਕੀ ਹੁੰਦੀ ਆ? ਨਿਊਟਨ ਦੇ ਸੈਕੰਡ ਲਾਅ ਦੀ ਇਹੀ ਹੁੰਦੀ ਆ ਵੀ ਜਿਹੜਾ ਟਾਈਮ ਦੇ ਨਾਲ ਜਿਹੜਾ ਮੋਮੈਂਟਮ ਚੇਂਜ ਹੁੰਦਾ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਆ ਫੋਰਸ ਦੇ। ਮਤਲਬ ਜੇ ਮੋਮੈਂਟਮ ਇੱਕਦਮ ਚੇਂਜ ਹੋ ਗਿਆ ਤਾਂ ਫੋਰਸ ਜ਼ਿਆਦਾ ਲੱਗੂਗੀ, ਜੇ ਮੋਮੈਂਟਮ ਹੌਲੀ ਹੌਲੀ ਚੇਂਜ ਹੋਇਆ ਟਾਈਮ ਦੇ ਨਾਲ ਤਾਂ ਫੋਰਸ ਘੱਟ ਲੱਗੂਗੀ। ਤਾਂ ਸੈਕੰਡ ਲਾਅ ਕੀ ਕਹਿੰਦਾ? The time rate of change of object is directly proportional to force
applied on it ਤਾਂ ਤੁਹਾਡਾ ਨਿਊਟਨ ਦਾ ਸੈਕੰਡ ਲਾਅ ਸੀ। ਹੁਣ ਨਿਊਟਨ ਦਾ ਆਪਾਂ ਥਰਡ ਲਾਅ ਵੀ ਕਰ ਹੀ ਲੈਂਦੇ ਹਾਂ। ਨਿਊਟਨਸ ਥਰਡ ਲਾਅ, ਨਿਊਟਨ ਦਾ ਥਰਡ ਲਾਅ ਦੇਖੀ ਆ, ਸਿੰਪਲ ਲਾਅ ਸਭ ਤੋਂ, ਐਵਰੀ ਐਕਸ਼ਨ has an equal but opposite reaction। ਕੋਈ ਵੀ ਐਕਸ਼ਨ ਆ ਉਹਦਾ ਇੱਕ ਇਕੁਅਲ ਤੇ ਆਪੋਜ਼ਿਟ ਰਿਐਕਸ਼ਨ ਹੁੰਦਾ ਹੀ ਹੁੰਦਾ। ਜਿਵੇਂ ਸਪੋਜ਼ ਕਰੋ ਆਪਾਂ ਧਰਤੀ ਤੇ ਆ, ਆਪਾਂ ਧਰਤੀ ਤੇ ਖੜੇ ਆ, ਠੀਕ ਆ, ਤਾਂ ਆਪਾਂ ਧਰਤੀ ਦੇ ਥੱਲੇ ਨੂੰ ਕੀ ਪਾ ਰਹੇ ਹਾਂ, ਫੋਰਸ। ਜਿਹੜੀ ਆਪਾਂ ਫੋਰਸ ਪਾ ਰਹੇ ਹਾਂ ਉਹ ਹੈਗਾ ਐਕਸ਼ਨ। ਧਰਤੀ ਵੀ ਆਪਣੇ ਤੇ ਉੱਪਰ ਨੂੰ ਕੀ ਆ, ਇੱਕ ਕੀ ਦਊਗੀ, ਫੋਰਸ ਪਾਊਗੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਉਹਨੂੰ ਕੀ ਬੋਲ ਦਿੰਦੇ ਆ, ਰਿਐਕਸ਼ਨ। ਤਾਂ ਜਿੰਨਾ ਆਪਾਂ ਐਕਸ਼ਨ ਪਾਵਾਂਗੇ ਓਨਾ ਹੀ ਆਪਾਂ ਨੂੰ ਰਿਐਕਸ਼ਨ ਮਿਲੂਗਾ। ਜੇ ਭਾਰਾ ਬੰਦਾ ਉਹ ਜ਼ਿਆਦਾ ਫੋਰਸ ਪਾ ਰਿਹਾ, ਉਹ ਜ਼ਿਆਦਾ ਐਕਸ਼ਨ ਦੇ ਰਿਹਾ, ਧਰਤੀ ਵੀ ਉਹਦੇ ਬਰਾਬਰ ਹੀ ਆਪਾਂ ਨੂੰ ਉਲਟ ਰਿਐਕਸ਼ਨ ਦੇਊਗੀ। ਤਾਂ ਇਹ ਹੈ ਵੀ ਐਵਰੀ ਐਕਸ਼ਨ ਹੈਜ਼ ਐਨ ਇਕੁਅਲ ਬਟ ਆਪੋਜ਼ਿਟ ਰਿਐਕਸ਼ਨ। ਤਾਂ ਐਕਸ਼ਨ ਵੀ ਫੋਰਸ ਹੀ ਆ, ਰਿਐਕਸ਼ਨ ਵੀ ਫੋਰਸ ਹੀ ਆ। ਐਕਸ਼ਨ ਜਿਹੜਾ ਆਪਾਂ ਕਰਦੇ ਹਾਂ ਤੇ ਰਿਐਕਸ਼ਨ ਜਿਹੜੀ ਦੂਸਰੀ ਹੈ। ਜਿਵੇਂ ਕੰਧ ਤੇ ਐਗਜ਼ਾਮਪਲ ਦੇ ਦਿਓ, ਆਪਾਂ ਕੰਧ ਤੇ ਫੋਰਸ ਲਾਉਣੇ ਆ, ਹੈ ਨਾ, ਕੰਧ ਤੇ ਆਪਾਂ ਐਂ ਮਾਰੀ ਜ਼ੋਰ ਨਾਲ, ਹੱਥ ਨਾਲ ਕੰਧ ਤੇ ਮਾਰਿਆ, ਤਾਂ ਹੱਥ ਨਾਲ ਆਪਾਂ ਐਕਸ਼ਨ ਕੀਤਾ। ਜਿੰਨੇ ਜ਼ੋਰ ਨਾਲ ਆਪਾਂ ਮਾਰਿਆ ਓਨੇ ਜ਼ੋਰ ਨਾਲ ਹੀ ਕੰਧ ਆਪਣੇ ਹੱਥ ਤੇ ਮਾਰੂਗੀ, ਉਹ ਆਪਣੀ ਉਨੀ ਹੀ ਜ਼ਿਆਦਾ ਪੀੜ ਹੋਊਗੀ। ਤਾਂ ਉਹਨੇ ਕੀ ਆਪਾਂ ਨੂੰ ਰਿਐਕਸ਼ਨ ਦਿੱਤਾ। ਤਾਂ ਇਹ ਨਿਊਟਨ ਦਾ ਥਰਡ ਲਾਅ ਆ ਵੀ ਐਵਰੀ ਐਕਸ਼ਨ ਹੈਜ਼ ਇਕੁਅਲ ਬਟ ਆਪੋਜ਼ਿਟ ਰਿਐਕਸ਼ਨ। ਤਾਂ ਇਹ ਤੁਹਾਡੇ ਜਿਹੜੇ ਦੋ ਲਾਅ ਸੀਗੇ, ਨਿਊਟਨ ਦਾ ਸੈਕੰਡ ਲਾਅ ਤੇ ਥਰਡ ਲਾਅ, ਇਹ ਕਰ ਲੈਣੇ ਆ। ਫਸਟ ਲਾਅ, ਸੈਕੰਡ ਲਾਅ, ਥਰਡ ਲਾਅ ਦੇ ਵਿੱਚ ਕੋਈ ਪ੍ਰੋਬਲਮ ਹੋਊਗੀ ਮੈਨੂੰ ਪੁੱਛ ਲੈਣੀ ਆ, ਠੀਕ ਹੈ।